ਕੀਤਾ। ਡਾਕਟਰ ਪਿਆਰੇ ਲਾਲ ਗਰਗ, ਇਸ ਰਿਪੋर्ट ਨੂੰ ਜਾਂ ਜ਼ਮੀਨੀ ਸੱਚਾਈ ਹੈ ਜਿਹੜੀ ਤੁਹਾਡੇ ਤੋਂ ਜੇ ਸਮਝੀਏ ਤਾਂ ਤੁਸੀਂ ਆਪਣੇ ਸੰਖੇਪ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੋ। ਜ਼ਮੀਨੀ ਸੱਚਾਈ ਦਰਅਸਲ ਹੈ ਕੀ ਪੰਜਾਬ ਦੇ ਵਿੱਚ? ਇਹ ਸਿਆਸਤ ਪॉलिटिक्स ਤਾਂ ਹੁੰਦੀ रहेगी। देखो इस गल तो हैगी है, ये रिपोर्ट भी हाँ बिल्कुल ठीक है। ये रिपोर्ट ते एम्स दी रिपोर्ट च कोई बहुत फर्क नहीं है। एम्स दी रिपोर्ट ने कहा जिहड़े ओपीएड एडिक्ट ने जी वो 2.4 ਲੱਖ ने पंजाब च, इन्हें कहा 2.7 ਲੱਖ ने। सो रिपोर्टां दोने मिलदियां जुलदियां ने, सैंपल साइज का नहीं फर्क। फर्क इन्ना ही है भी अर्बन एरिया च स्लम्स वगैरह नहीं करियां, पीजीआई ने आप ही लिखिया कि असीं नहीं करियां। दूजी गल यह है कि पंजाब दे विच 22 ਲੱਖ एडिक्ट डिपेंडेंट रादर एडिक्ट नहीं डिपेंडेंट, जिन्हों वो तो बिना सरदा ही नहीं, दवाई तो बिना शराब तो बिना वो रह नहीं सकता। 22 ਲੱਖ शराब से डिपेंडेंट है, 16 ਲੱਖ तो ऊपर तंबाकू ते डिपेंडेंट है, 4 ਲੱਖ बाकी नशा ते डिपेंडेंट है, सने 2.7 ਲੱਖ फीम दे। सो 42 ਲੱਖ बंदा डिपेंडेंट है, जी चों 95% मेल ने, 5% फीमेल ने। सो जब 95% मेल और 10 ਤੋਂ 60 साल की उम्र दे देखिए ਤੇ 10 ਤੋਂ 60 ਸਾਲ ਦੀ ਉਮਰ ਦੇ ਮੇਲ ਦੀ ਗਿਣਤੀ ਜਿਹੜੀ ਆ ਉਹ ਤਕਰੀਬਨ 1 ਕਰੋੜ ਹੈ। ਸੋ 1 ਕਰੋੜ ਦੇ ਵਿੱਚ 42 ਲੱਖ ਬੰਦਾ ਜਿਹੜਾ ਉਹ ਨਸ਼ਿਆਂ ਤੇ ਡਿਪੈਂਡੈਂਟ ਹੈ। ਨਸ਼ੇ ਕਰਦਾ ਕਿੰਨਾ ਉਹ ਵੱਖਰੀ ਗੱਲ ਹੈ, ਉਹ ਉਸ ਤੋਂ ਵੀ ਅੱਗੇ ਹੈ। ਜਿਵੇਂ ਇੱਥੇ ਇਸ ਰਿਪੋਰਟ 'ਚ ਵੀ ਹੈ, ਜਿਹੜਾ ਬੰਦਾ ਫੀਮ ਖਾਂਦਾ ਹੈ ਪਰ ਉਹ ਤੇ ਡਿਪੈਂਡੈਂਟ ਨਹੀਂ, ਉਹ ਸਾਰ ਸਕਦਾ ਬਿਨਾਂ ਫੀਮ ਦੇ। ਠੀਕ ਹੈ, ਠੀਕ ਹੈ। ਉਹਨੂੰ ਨਸ਼ੇੜੀ ਨਹੀਂ ਕਿਹਾ ਜਾਂਦਾ, ਨਸ਼ਾ ਲੈਂਦਾ ਹੈ ਉਹ। ਠੀਕ ਹੈ। ਸ਼ਰਾਬ ਵੀ ਪੀਂਦੇ ਨੇ ਕਈ, ਉਹ ਤੇ ਡਿਪੈਂਡੈਂਟ ਨਹੀਂ। ਤੰਬਾਕੂ ਪੀਂਦੇ ਨੇ, ਉਹ ਤੇ ਡਿਪੈਂਡੈਂਟ ਨਹੀਂ। ਇੰਨੇ ਤਾਂ ਡਿਪੈਂਡੈਂਟ ਨੇ। ਸੋ ਇਹ ਦੋਨੇ ਤਰ੍ਹਾਂ ਜਿਹੜੀਆਂ ਕਹਿ ਰਹੀਆਂ ਨੇ ਵੀ ਨਹੀਂ ਜੀ ਆਹ ਹੈਗਾ ਆ ਨਹੀਂ ਹੈਗਾ। ਦੂਜੀ ਗੱਲ 16 ਤੋਂ 35 ਸਾਲ 18 ਤੋਂ 35 ਸਾਲ ਦੇ ਇਹਨਾਂ ਨਸ਼ੇੜੀਆਂ ਦੇ ਵਿੱਚ ਇਹ ਜਿਹੜੇ ਸਾਰੇ ਨਸ਼ੇੜੀਆਂ ਚ 73% ਜਿਹੜੀ ਗਿਣਤੀ ਹੈ ਉਹ ਇਸੇ ਰਿਪੋਰਟ ਦਾ ਪਾਰਟ ਹੈ। 73% गिनती 18 ਤੋਂ 35 ਸਾਲ ਦੀ ਹੈ। ਜੇ 18 ਤੋਂ 35 ਸਾਲ ਦੀ 73% ਗਿਣਤੀ ਹੈ, ਯਾਨੀ ਕਿ ਤਕਰੀਬਨ 30 ਲੱਖ ਬੰਦਾ। ਜੇ 30 ਲੱਖ ਬੰਦਾ 18 ਤੋਂ 35 ਸਾਲ ਦੀ ਉਮਰ ਦੇ ਵਿੱਚ ਰਫਲੀ ਨਸ਼ੇ ਦੇ ਵਿੱਚ ਹੈ ਤੇ ਫਿਰ ਬੜੀ ਇਹ ਚਿੰਤਾ ਦੀ ਗੱਲ ਹੈ। ਇਸ ਰਿਪੋਰਟ, ਇਹ ਜਿਹੜੀ ਰਿਪੋਰਟ ਨੂੰ ਕੋਈ ਕਹਿੰਦਾ ਇਹ ਠੀਕ ਹੈ, ਕੋਈ ਕਹਿੰਦਾ ਇਹ ਗਲਤ ਹੈ, ਇਸ 'ਚ ਮੈਂ ਨਹੀਂ ਜਾਂਦਾ। ਇਹ ਬੜੀ ਵਿਧੀਵਤ ਰਿਪੋਰਟ ਹੋਈ ਹੈ, ਚਾਹੇ ਜਿਹੜੀ ਮਰਜ਼ੀ ਸਰਕਾਰ ਨੇ ਕਹੀ ਹੋਵੇ। ਪਹਿਲੀ ਰਿਪੋਰਟ ਵੀ ਵਿਧੀਵਤ ਸੀ, ਸਿਆਸਤ ਨੇ ਪਹਿਲੀ ਰਿਪੋਰਟ ਵੀ ਰੱਦ ਕਰਤੀ, ਇੱਕ ਸਿਆਸਤ ਨੇ ਦੂਜੀ ਸਿਆਸਤ ਨੇ ਦੂਜੀ ਰੱਦ ਕਰਤੀ। ਪਰ ਇਹ ਰਿਪੋਰਟ 'ਚ ਇੱਕ ਪਹਿਲਾ ਗੱਲ ਇਹ ਹੈ। ਦੂਜੀ ਗੱਲ ਜਿਹੜਾ ਮੈਂ ਰੂਰਲ ਏਰੀਆ ਬਾਰੇ ਕਹਾਂਗਾ, ਜਦ ਇਹ ਰਿਪੋਰਟ 'ਚ ਅਰਬਨ ਸਲਮ ਲਈਆਂ ਨਹੀਂ ਗਈਆਂ ਇੱਕ ਤਾਂ, ਦੂਜੀ ਗੱਲ ਰੂਰਲ ਦੀ ਆਬਾਦੀ ਵੀ ਜ਼ਿਆਦਾ ਹੈ। ਇਹਦੇ ਵਿੱਚ ਕਿਹਾ ਕਿ 59% ਜਿਹੜੇ ਬੰਦੇ ਨੇ ਉਹ ਰੂਰਲ ਏਰੀਆ ਦੇ ਨੇ, ਤੇ ਪਰ ਰੂਰਲ ਦੀ ਆਬਾਦੀ ਤਾਂ 62% ਹੈ ਪੰਜਾਬ 'ਚ। ਸੋ ਆਬਾਦੀ ਦੇ ਮੁਕਾਬਲੇ ਗਿਣਤੀ ਜ਼ਰੂਰ ਰੂਰਲ ਦੀ ਵੱਧ ਹੈ, ਪਰ ਹੋਈ ਜੀ ਆਬਾਦੀ ਵੱਧ ਹੈ, ਇਸ ਕਰਕੇ ਨਸ਼ਾ ਨਾ ਸ਼ਹਿਰਾਂ 'ਚ ਘੱਟ ਹੈ ਨਾ ਪਿੰਡਾਂ 'ਚ ਘੱਟ ਹੈ। ਠੀਕ ਹੈ। ਇਹ ਵੀ ਇੱਕ ਗੱਲ ਇਹਦੇ ਵਿੱਚੋਂ ਅੰਕੜਿਆਂ ਨੂੰ ਸਮਝਣ ਦੀ ਲੋੜ ਹੈ। ਤੀਜੀ ਗੱਲ ਡਾਕਟਰ ਅਜੀਤ ਅਵਸਥੀ ਨੇ ਜਿਹੜੀ ਕਹੀ ਹੈ, ਇਹ ਵੀ ਸਮਝਣ ਦੀ ਲੋੜ ਹੈ। ਯੂਥ ਦੇ ਵਿੱਚ ਕਿੰਨੇ % ਨਸ਼ਾ ਕਰਦੇ ਨੇ ਤੇ ਨਸ਼ੇ ਕਰਨ ਵਾਲਿਆਂ 'ਚ ਯੂਥ ਕਿੰਨੀ ਹੈ, ਦੋ ਗੱਲਾਂ ਨੂੰ ਵੱਖਰਾ ਕਰਕੇ ਦੇਖਣ ਦੀ ਲੋੜ ਹੈ। ਕਈ ਵਾਰ ਅਸੀਂ ਦੋਹਾਂ ਨੂੰ ਰਲਗੱਡ ਕਰਦੇ ਹਾਂ। ਸੋ ਜੇ ਨਸ਼ਾ ਕਰਨ ਵਾਲਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਯੂਥ 73% ਹੈ, ਤਾਂ ਇਹਦਾ ਮਤਲਬ ਇਹ ਨਹੀਂ ਵੀ 73% ਯੂਥ ਨਸ਼ਾ ਕਰਦੀ ਹੈ। ਇਹਦਾ ਮਤਲਬ ਹੈ ਜਿੰਨੇ ਨਸ਼ਾ ਕਰਦੇ ਨੇ 42 ਲੱਖ ਲੋਕ, ਇਹਨਾਂ 'ਚ 73% ਯੂਥ ਹੈ। ਇਹ ਨਹੀਂ ਹੈ ਕਿ ਟੋਟਲ ਯੂਥ ਦਾ 73% ਨਸ਼ੇ 'ਚ ਹੈ। ਸੋ ਇਸ ਤਰ੍ਹਾਂ ਕਈ ਵਾਰੀ ਮੈਂ ਸਾਰੇ ਇੱਥੇ ਸਿਆਸਤਦਾਨ ਵੀ ਬੈਠੇ ਨੇ, ਬਾਕੀ ਲੋਕ ਵੀ ਸੁਣ ਰਹੇ ਨੇ ਵੀ ਅੰਕੜੇ ਜਿਹੜੇ ਮਾਹਰ ਦਿੰਦੇ ਨੇ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਪੜ੍ਹ ਕੇ ਉਹਨਾਂ ਤੋਂ ਕਲੈਰੀਫਿਕੇਸ਼ਨ ਲਓ ਵੀ ਇਹਦਾ ਮਤਲਬ ਕੀ ਹੋਇਆ, ਕਿੰਨੇ ਨਿਕਲੇ, ਫਿਰ ਆਪਾਂ ਉਹਨੂੰ ਪਬਲਿਕ 'ਚ ਲੈ ਕੇ ਜਾਈਏ। ਕਿਉਂਕਿ ਮਹਾਰਾਜ ਨੇ ਤਾਂ ਲੈ ਕੇ ਨਹੀਂ ਜਾਣਾ ਹੁੰਦਾ, ਆਖਰਕਾਰ ਸਿਆਸਤ ਨਹੀਂ ਲੈ ਕੇ ਜਾਣਾ ਹੈ, ਸਿਆਸਤ ਨਹੀਂ ਮਸਲਾ ਹੱਲ ਕਰਨਾ ਹੈ। ਸੋ ਪੰਜਾਬ ਦੇ ਵਿੱਚ ਇਸ ਤੋਂ ਸਪਸ਼ਟ ਹੈ ਵੀ ਪੰਜਾਬ 'ਚ ਨਸ਼ਾ ਬਹੁਤ ਜ਼ਿਆਦਾ ਹੈ ਤੇ ਇਹ ਨਸ਼ੇ ਦਾ ਹੱਲ ਕਰਨ ਦੀ ਲੋੜ ਹੈ। ਤੇ ਇਹਦੇ ਵਿੱਚ 3 ਇਸੇ ਰਿਪੋਰਟ ਦਾ ਹਿੱਸਾ 3.4 ਲੱਖ ਬੰਦੇ ਤਾਂ ਨਸ਼ਾ ਛੁਡਾਊ ਸਰਕਾਰੀ ਕੇਂਦਰਾਂ ਤੇ ਆਏ ਨੇ, ਕਿਉਂਕਿ ਪ੍ਰਾਈਵੇਟ ਵਾਲੇ ਇਹਨਾਂ ਦੇ ਜਦ 'ਚ ਹੀ ਨਹੀਂ ਹੈਗੇ ਗਿਣਤੀ 'ਚ। ਸੋ ਜੇ 3.4 ਲੱਖ ਬੰਦੇ ਤਾਂ ਨਸ਼ਾ ਛੁਡਾਉਣ ਵਾਸਤੇ ਇਹਨਾਂ ਕੋਲ ਆ ਚੁੱਕੇ ਸੀ। ਦੂਜੀ ਗੱਲ, ਇਹ ਰਿਪੋਰਟ ਜਿਹੜੀ ਹੈ 2016 ਦੀ ਹੈ ਅਸਲ 'ਚ। ਇਹ 2016 'ਚ ਹੋ ਚੁੱਕੀ ਸੀ, 15 ਔਰ 16 ਇਹ ਅਪ੍ਰੈਲ ਤੱਕ ਹੋ ਚੁੱਕੀ ਸੀ। ਇਸ ਕਰਕੇ ਆਪਾਂ ਉਸ ਨੂੰ ਸਮੇਂ ਦੇ ਹਿਸਾਬ ਨਾਲ, ਰਿਪੋਰਟ ਦੇ ਹਿਸਾਬ ਨਾਲ ਸਾਰਾ ਜਦ ਦੇਖਾਂਗੇ ਤਾਂ ਚਿੰਤਾ ਦੋਨੇ ਪਾਸੇ ਦੀ। ਠੀਕ ਹੈ ਬਰਾੜ ਸਾਹਿਬ ਕਿ ਨਸ਼ਾ ਹੈਗਾ। ਠੀਕ ਹੈ ਡਾਕਟਰ, ਇਹ ਤੋਂ ਆਪਾਂ ਨੇ ਛੁਟਕਾਰਾ ਪਾਣਾ। ਠੀਕ ਹੈ ਬਰਾੜ ਸਾਹਿਬ, ਡਾਕਟਰ ਪਿਆਰੇ ਲਾਲ ਗਰਗ ਹੋਰਾਂ ਦੀ ਗੱਲ ਵੀ ਤੁਸੀਂ ਸੁਣੀ ਹੈ, ਵੇਰਕਾ ਸਾਹਿਬ ਦੀ ਗੱਲ ਵੀ ਸੁਣੀ ਹੈ। ਹੁਣ ਦਾਅਵੇ ਬੜੇ ਸਾਰੇ ਕੀਤੇ ਜਾਂਦੇ ਰਹੇ ਹੈ, ਹੁਣ ਉਹ ਦਾਅਵਿਆਂ ਨੂੰ ਗਲਤ ਮੰਨੀਏ ਜਾਂ ਰਿਪੋਰਟ ਨੂੰ ਗਲਤ ਮੰਨੀਏ, ਤੁਹਾਡਾ ਸਟੈਂਡ ਕੀ ਹੈ ਇਸ ਮਾਮਲੇ ਤੇ? ਦੇਖੋ, ਜੋ ਸਾਡਾ ਸਟੈਂਡ ਵੋਟਾਂ ਤੋਂ ਪਹਿਲਾਂ ਸੀ ਅੱਜ ਵੀ ਉਹੀ ਸਟੈਂਡ ਹੈ, ਕਿਉਂਕਿ ਇਹ ਗਾਂਧੀ ਪਰਿਵਾਰ ਵੱਲੋਂ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਦਾ ਇੱਕ ਨੀਤੀ ਦਾ ਹਿੱਸਾ ਸੀ।
ਰਾਹੁਲ ਗਾਂਧੀ ਜੀ 2012 ਦੇ ਵਿੱਚ ਆਏ ਹੈ ਔਰ ਉਹਨਾਂ ਨੇ 2012 ਦੇ ਵਿੱਚ ਇਹ ਗੱਲ ਬੋਲਦਿਆਂ ਕਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ 70% ਜਿਹੜੇ ਪੰਜਾਬੀ ਹੈ ਉਹ ਨਸ਼ੇੜੀ ਹੈ ਔਰ ਉਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਹਰੇਕ ਵਰਕਰ ਨੇ, ਲੀਡਰ ਨੇ ਉਸ ਨੂੰ ਅੱਗੇ ਵਧਾਇਆ ਹੈਗਾ। ਔਰ ਜਿਹੜੀ ਏਮਸ ਦੀ ਰਿਪੋਰਟ ਦੀ ਵੇਰਕਾ ਸਾਹਿਬ ਨੇ ਗੱਲ ਕੀਤੀ ਹੈ ਉਹਦੇ ਤੇ ਮੈਂ ਬਾਅਦ ਚਾਹੂੰਗਾ, ਪਰ ਮੈਂ ਇੱਕ ਬੇਨਤੀ ਕਰਾਂ, ਅਸੀਂ ਉਸ ਵੇਲੇ ਵੀ ਕਹਿੰਦੇ ਸੀ ਵੀ ਡਰੱਗ ਜਿਹੜੀ ਹੈ ਵਰਲਡ ਵਾਈਜ਼ ਜਿਹੜੀ ਹੈਗੀ ਹੈ ਪ੍ਰੋਬਲਮ ਹੈਗੀ ਹੈ, USA, ਕੈਨੇਡਾ, ਆਸਟ੍ਰੇਲੀਆ ਸਾਰੇ ਥਾਂ ਹੀ ਹੈਗੀ ਹੈ, ਸਾਰੇ ਦੇਸ਼ 'ਚ ਹੈਗੀ ਹੈ, ਸਾਡੇ ਨਾਲੋਂ ਵੱਧ ਕਈ ਸੂਬਿਆਂ 'ਚ ਹੈਗੀ ਹੈ, ਪਰ ਪੰਜਾਬ ਦੀ ਵੀ ਹੈਗੀ ਹੈ। ਅਸੀਂ ਕਹਿੰਦੇ ਸੀ ਵੀ ਸਮੱਸਿਆ ਇਹ ਸਾਰੇ ਵਰਲਡ ਦੀ ਤੇ ਹਿੰਦੁਸਤਾਨ ਦੀ ਹੈਗੀ ਹੈ, ਪਰ ਜਿਸ ਕਦਰ ਜਾਣ ਬੁੱਝ ਕੇ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਪੰਜਾਬ ਨੂੰ ਬਦਨਾਮ ਕੀਤਾ ਗਿਆ, ਪੰਜਾਬ ਦੇ ਮੱਥੇ ਤੇ ਕਲੰਕ ਲਾਇਆ ਗਿਆ, ਉਹ ਜਾਣ ਬੁੱਝ ਕੇ ਕਾਂਗਰਸ ਪਾਰਟੀ ਨੇ ਤੇ ਨਾਲ ਉਹਦੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਨੇ 40 ਲੱਖ ਦੀ ਗਿਣਤੀ ਕੋਡ ਕੀਤੀ ਸੀ। ਇਸ ਕਰਕੇ ਮੈਂ ਹੱਥ ਬੰਨ ਕੇ ਬੇਨਤੀ ਕਰਾਂ, ਭਾਵੇਂ ਉਹ ਏਮਸ ਦੀ ਨੂੰ ਮੰਨੇ ਕੋਈ ਨਾ ਮੰਨੇ, ਭਾਵੇਂ PGI ਦੀ ਨੂੰ ਮੰਨੇ ਕੋਈ ਨਾ ਮੰਨੇ, ਪਰ ਜਦੋਂ ਅਸੀਂ ਦਿਲ ਤੇ ਹੱਥ ਰੱਖ ਕੇ ਦੇਖਦੇ ਹਾਂ ਤੇ 70% 40 ਲੱਖ ਵਾਲੀ ਇਹ ਕੋਈ ਅੰਕੜਾ ਨਹੀਂ ਹੈ। ਮੈਂ ਮੰਨਦਾ ਸਮੱਸਿਆ ਹੈਗੀ ਹੈ, ਪਰ ਹੱਥ ਬੰਨ ਕੇ ਬੇਨਤੀ ਹੈ ਆਪਾਂ ਆਪਣੇ ਪੰਜਾਬ ਨੂੰ ਬਦਨਾਮ ਨਾ ਕਰੀਏ। ਜਿਹੜੇ 1-2% 3% ਹੈਗੇ ਵੀ ਨੇ ਉਹ ਵੀ ਆਪਾਂ ਠੀਕ ਕਰੀਏ। ਏਮਸ ਦੀ ਰਿਪੋਰਟ ਹੈ, ਕਹਿੰਦੇ ਏਮਸ ਦੀ ਰਿਪੋਰਟ ਰੱਦ ਕਰਤੀ, ਬਹੁਤ ਜ਼ਿਆਦਾ ਸੀ। 8.8 ਲੱਖ ਤੇ 60,000 ਦੀ ਅੰਕੜਾ ਏਮਸ ਨੇ ਦਿੱਤਾ ਸੀਗਾ ਤੇ 3.1% ਸੀ, ਅੱਜ 1% ਦੇ ਕਰੀਬ ਹੈ। ਇਹ 3 ਤੇ 1 ਚ ਵੀ ਕੋਈ ਬੜਾ ਫਰਕ ਨਹੀਂ, 70% ਦਾ ਤਾਂ ਬਹੁਤ ਜ਼ਿਆਦਾ ਫਰਕ ਹੈ। ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰੂੰਗਾ, ਜੇ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਤਾਂ ਇਹ ਬਦਨਾਮੀ ਤੋਂ ਬਚਾਈਏ, ਔਰ ਖਾਸ ਕਰਕੇ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਔਰ ਖਾਸ ਕਰਕੇ ਕੇਜਰੀਵਾਲ ਸਾਹਿਬ ਨੂੰ ਇਹਨਾਂ ਦੋਨਾਂ ਰਿਪੋਰਟਾਂ ਤੋਂ ਬਾਅਦ ਅੱਜ ਚਾਹੀਦਾ ਕਿ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਮਾਫੀ ਮੰਗਣ ਪੰਜਾਬ ਦੇ ਲੋਕਾਂ ਤੋਂ ਤੇ ਬਾਹਰ ਬੈਠੇ ਪੰਜਾਬੀਆਂ ਤੋਂ ਕਿ ਅਸੀਂ ਵਾਕਈ ਗਲਤ ਬਿਆਨੀ ਜਿਹੜੀ ਹੈ ਪੰਜਾਬ ਦੇ ਬਾਰੇ ਕਰ ਚੁੱਕੇ ਸੀ। ਠੀਕ ਹੈ ਜੀ। ਚੰਦਾ ਸੁਤਾ ਡੋਗਰਾ, ਜੇ ਮੈਡਮ ਅੰਕੜੇ ਇਹੀ ਨੇ ਤਾਂ ਫਿਰ 70% ਵਾਲੇ ਜਿਹੜੇ ਦਾਅਵੇ ਕੀਤੇ ਗਏ ਸੀ ਉਹ ਕਿਉਂ ਕੀਤੇ ਗਏ ਸੀ? ਇਹ ਸਵਾਲ ਫਿਰ ਉੱਠਣਾ ਹੁਣ ਲਾਜ਼ਮੀ ਹੋ ਜਾਂਦਾ ਹੈ। देखो जी 70% ਦਾ ਦਾਵਾ ਆਮ ਆਦਮੀ ਪਾਰਟੀ ਨੇ ਨਹੀਂ ਕੀਤਾ ਹੈ, ਲੇਕਿਨ ਮੈਂ ਇਹ ਦੋ ਰਿਪੋਰਟਸ ਦੇ ਬਾਰੇ ਨਹੀਂ, ਤੁਹਾਡੇ ਬਹੁਤ ਸਾਰੇ ਆਫੀਸ਼ੀਅਲ ਪੇजेस ਤੇ ਇਹ ਗੱਲਾਂ ਹੋਈਆਂ ਨੇ ਇਲੈਕਸ਼ਨਸ ਦੇ ਵੇਲੇ, ਇਸੇ ਕਰਕੇ ਮੈਂ 40 ਲੱਖ ਬੋਲੇ ਸੀ ਕੇਜਰੀਵਾਲ ਸਾਹਿਬ, 40 ਲੱਖ ਉਹਦਾ ਪੁੱਛ ਦਿਓ। ਚਲੋ आम आदमी पार्टी ने 70% का बिल्कुल दावा नहीं है, और मैं बतौर पत्रकार भी मैं बहुत रिपोर्टिंग की है, और मैं भी यही लिखा है अपनी जिथे भी कि 70% यूथ साडे स्टेट दा एडिक्टेड हैगा, नशेड़ी हैगा। 70% यूथ ਇਹ ਬਦਨਾਮ ਕਰ ਰਹੇ ਆ, ਅੱਜ ਵੀ ਹਲੇ ਤੱਕ ਮਾਫੀ ਨਹੀਂ ਮੰਨਦੇ। ਨਹੀਂ, ਉਹਨਾਂ ਦੀ ਗੱਲ ਸੁਣ ਲਈ ਬਰਾੜ ਸਾਹਿਬ, ਗੱਲ ਪੂਰੀ ਕਰਨ। ਇਹ ਹੁਣ ਅਸੀਂ ਰਿਪੋਰਟਾਂ ਦੋਨੋਂ हाँ बिच बिल्कुल ना दोनों रिपोर्टां जिस तरह प्यारे लाल गर्ग जी ने किया है बहुत मिलदी जुलदियां हैगी, कोई बहुत ज्यादा फर्क नहीं है। जिस तरह इत्थे ਇਹਦੇ लिखा होया है कि 1% ਜਿਹੜੀ पॉपुलेशन है साडी ਉਹ ਨਸ਼ਿਆਂ 'ਚ ਲਿਪਤ है, और एम्स ਦੀ रिपोर्ट करीब 3.5% ਦੇ आस-पास ਕੀਤੀ है ना। ਜੇ ਅਸੀਂ ਨੈਸ਼ਨਲ ਐਵਰੇਜ ਦੇਖੀਏ ਤਾਂ ਪੰਜਾਬ 3 ਗੁਣਾ ज्यादा नशेड़ी हैगे, और जे असी इंटरनेशनल एवरेज देखिए तो 6 गुना नशेड़ी है। तो ये जरा बराड़ साहब कह रहे हैं कि जी इंटरनेशनल लेवल विच भी ड्रग्स हुंदे हैं, नेशनल लेवल विच भी जरूर हुंदे हैं, हर स्टेट विच हुंदे हैं, बड़े बड़े शहरां च हुंदे हैं, लेकिन जिन्नी परसेंटेज पंजाब विच हैगी है जे असी नेशनल एवरेज नाल भी कंपेयर करिए 3 गुना ज्यादा है पंजाब, जो बहुत सीरियस गल है। और जिस तरह गर्ग साहब ने आप कहा है कि जेड़े यूथ है जिस एज ग्रुप सब तो ज्यादा आ रही है, इसी रिपोर्ट के हिसाब नाल बिटवीन 18 to 35 साल 73%, ਇਹ ਤਾਂ ਬਹੁਤ ਹੀ ਮਤਲਬ ਚਿੰਤਾ ਦਾ ਕਾਰਨ ਹੈਗਾ। ਸੇ ਇਹ ਸਾਨੂੰ ਅਸੀਂ ਨਕਾਰ ਨਹੀਂ ਸਕਦੇ। ਔਰ ਜੇ ਅਸੀਂ ਆંકੜਿਆਂ ਤੋਂ 1 ਮਿੰਟ ਪਿੱਛੇ ਵੀ ਹਟ ਜਾਈਏ, ਕਿਉਂਕਿ ਆંકੜੇ ਕੋਈ ਏਮਸ ਦੀ ਰਿਪੋਰਟ ਨੂੰ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਨੇ ਉਹਨੂੰ ਨਕਾਰ ਦਿੱਤਾ ਥਾ ਔਰ ਕਿਹਾ ਥਾ ਕਿ ਭਈ ਇਹਦੇ 'ਚ ਤਾਂ ਕੁਝ ਨਹੀਂ ਹੈ। ਉਹ ਤੋਂ ਬਾਅਦ ਇਹ 2015-16 ਚ ਅਕਾਲੀ ਦਲ ਬੀਜੇਪੀ ਸਰਕਾਰ ਨੇ ਦੂਜੀ ਰਿਪੋਰਟ ਕਮਿਸ਼ਨ ਕੀਤੀ ਹੈ। एंड दर्शकों को यह भी जानकारी बहुत जरूरी है कि ये जी दूसरी रिपोर्ट है, ये फंडिंग पंजाब दे हेल्थ एंड फैमिली वेलफेयर डिपार्टमेंट कर रहा है। सो यस बिल्कुल ये अखबारां च रिपोर्टिंग है। आई एम सॉरी सरकार दे डिपार्टमेंट ने की है कि ये भी गलत बयानी है। नहीं जी नहीं, सेंटर दी सरकार ने की है एम्स दी रिपोर्ट, ओ मिनिस्ट्री ऑफ सोशल वेलफेयर ने एम्स नो कमिशन कीता सीगा एंड एक एनजीओ थी नाल। और ये जिहड़ी रिपोर्ट है ये पंजाब सरकार दी हेल्थ एंड फैमिली वेलफेयर डिपार्टमेंट ने 2015-16 कमिशन कीती है।
शायद गरेवाल साहब ਨੂੰ अखबारां ਜਿਹੜੀ ਚੀਜ਼ ਕਲੀਅਰ ਹੈ ਉਹਦੇ ਚ ਅਸੀਂ ਜ਼ਿਆਦਾ ਨਹੀਂ ਨਕਾਰ ਸਕਦੇ लेकिन मैं जो पॉइंट क्लैरिफाई करना चाहती थी कि जे ਅਸੀਂ ਆંકੜਿਆਂ ਨੂੰ ਇੱਕ ਮਿੰਟ ਵਾਸਤੇ ਪਿੱਛੇ ਵੀ ਰੱਖ ਲਈਏ ਸਾਨੂੰ ਸਿਰਫ ਪੰਜਾਬ ਦੇ ਪਿੰਡਾਂ 'ਚ ਜਾ ਕੇ ਦੇਖਣਾ ਚਾਹੀਦਾ ਹੈ और जेड़ा नॉट ओनली अपना नेशनल मीडिया इंटरनेशनल मीडिया ने भी पंजाब दे सिर्फ पंजाबी स्टेट दी ड्रग्स वास्ते इवन जी मीडिया थोड़े अपने चैनल ने पता नहीं किन्नियां स्टोरियां और किन्ने पिंडां च जाके और हालात की रिपोर्टिंग की है असि ओ चीज़ इग्नोर नहीं कर सकते असि सिर्फ किसी भी पिंड जाके देखिए उत्ते इन्ने बेचारे परिवार है इन्नी स्टोरियां लेके आंदे हैं ठीक है गरेवाल साहब इस मामले ते हुण किस नूं दोषी ठहराया जाए की किया जाए मतलब हर बार एक रिपोर्ट आउंदी है उस रिपोर्ट दे विच कुछ निकलदा नहीं और हर बार जिहड़ी पॉलिटिक्स हैगी तुसीं अपने अपने तरीके नाल उस रिपोर्ट नूं देखदे हो पर समाज दी जिहड़ी समस्या है उस ते उहनूं एड्रैस नहीं कीता जांदा हुण की किया जाए भारतीय जनता पार्टी की सोचदी है इस मामले नूं लैके इस रिपोर्ट नूं लैके हाँ ये मैं दस दिना पहली गल तो यह है कि आंकड़ियां दे बारे तां प्यारे लाल जी को एक्सपर्टीज है उन्होंने काफ़ी गल की है मैं वो नहीं जाना पर मैं एक चीज़ कहना कि इत्थे पुलिस की भर्ती हुई ਉਹਦੇ ਚ ਵੀ 3% ਤੋਂ ਜ਼ਿਆਦਾ ਯੂਥ ਡਰੱਗ ਐਡਿਕਟ ਨਹੀਂ ਜੀ 1.27 ਠੀਕ ਹੈ 3% ਤੋਂ ਘੱਟ ਹੈ ਨਾ ਅੱਛਾ ਇਸੇ ਤਰ੍ਹਾਂ ਆਰਮੀ ਦੀ ਭਰਤੀ ਹੋਈ ਉਹਦੇ ਚ ਵੀ ਨਿਕਲਿਆ ਔਰ ਇਹ ਇੱਕ ਯੋਜਨਾ ਸੀ ਜਿਹੜੀ ਯੋਜਨਾ ਦੇ ਤਹਿਤ ਪੰਜਾਬ ਨੂੰ ਵੀ ਬਦਨਾਮ ਕੀਤਾ ਔਰ ਅਕਾਲੀ ਭਾਜਪਾ ਸਰਕਾਰ ਨੂੰ ਬਦਨਾਮ ਕੀਤਾ ਔਰ ਇੱਥੋਂ ਤੱਕ ਕਿ ਬਾਦਲ ਸਾਹਿਬ ਦਾ ਇਮੇਜ ਇੰਨਾ ਵਧੀਆ ਉਸ ਨੂੰ ਜਦੋਂ ਤੱਕ ਖਰਾਬ ਨਹੀਂ ਕਰਾਂਗੇ ਇਹਨਾਂ ਨੇ ਸੋਚਿਆ ਕਿ ਇਹ ਕੁਝ ਗੜਬੜ ਨਹੀਂ ਹੋਣੀ ਇਹਦੇ ਚ ਇਹ ਦੋਨੋਂ ਰਾਜਨੀਤਿਕ ਦਲ ਇਹਨਾਂ ਦੇ ਜਿਹੜੀ ਇੱਕ ਪ੍ਰਸ਼ਾਂਤ ਕਿਸ਼ੋਰ ਦੀ ਕੰਪਨੀ ਹਾਇਰ ਕੀਤੀ ਸੀ ਉਹ ਲਾਗੇ ਉਹਨਾਂ ਨੇ ਇੱਥੇ ਇਲੀਗਲ ਮਾਈਨਿੰਗ और केवल माफिया और अलग अलग माफिया ड्रग माफिया ये सारिया गल्लां चलाइया योजनाबद्ध तरीके नाल ਉਹ ਇਹਨਾਂ ਦੀ ਇੱਕ ਮਨਸ਼ਾ ਹੋਰ ਸੀ ਉਹ ਪੰਜਾਬ ਦੇ ਭਲੇ ਦੀ ਮਨਸ਼ਾ ਨਹੀਂ ਸੀ ਔਰ ਉਹਦੇ ਨਾਲ ਹੋਇਆ ਕੀ ਆ ਕਿ ਪੰਜਾਬ ਦੇ ਲੋਕ ਗੁੰਮਰਾਹ ਹੋ ਗਏ ਗੁੰਮਰਾਹ ਹੋਣ ਦੇ ਨਾਲ ਉਹਨਾਂ ਨੇ ਆਪਣਾ ਫੈਸਲਾ ਦਿੱਤਾ ਉਹਦੇ ਨਾਲ ਵਿਕਾਸ ਦੇ ਸਾਰੇ ਕੰਮ ਰੁਕ ਗਏ ਔਰ ਪੰਜਾਬ ਜਿਹੜਾ ਉਸ ਤੋਂ ਜ਼ਿਆਦਾ ਤਬਾਹੀ ਵੱਲ ਨੂੰ ਚਲਿਆ ਗਿਆ ਔਰ ਅੱਜ ਇਲੀਗਲ ਮਾਈਨਿੰਗ ਵੀ ਹੋ ਰਹੀ ਆ केवल माफिया जिहड़ा हैगा वो इन्हां दे MLA कर रहे हैं कांग्रेस दे जे कहो तो सबूत दे सकते हैं और इलीगल माइनिंग ते मैं रेड करवाई है ਉਹਦੇ ਤੇ मुकदमे भी दर्ज हो रहे हैं अफसरां ते और इन्हां दे विधायकां दे नाम ने ਉਹਦੇ ਚ ਆ ਰਹੇ ਤਾਂ ਇਸ ਕਰਕੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਛਪਾਉਣ ਲਈ ਇਹ ਪੰਜਾਬ ਦੇ ਨੌਜਵਾਨ ਨਸ਼ੇੜੀ ਨੇ ਠੀਕ ਹੈ ਗਰੇਵਾਲ ਸਾਹਿਬ ਕਿੰਗਰਾ ਸਾਹਿਬ ਇੰਨੀ ਜ਼ਿਆਦਾ ਗੱਲਬਾਤ ਹੋਵੇ 70% ਸਰਕਾਰ ਕਿੰਗਰਾ ਸਾਹਿਬ ਇੱਕ ਪਾਸੇ ਦਾਵਾ ਕਰਦੀ ਹੈ ਕਿ ਨਸ਼ੇ ਨੂੰ ਰੋਕ ਲਿਆ ਗਿਆ ਸਪਲਾਈ ਚੇਨ ਚੰਗੀ ਨਹੀਂ ਲੱਗ ਰਹੀ ਹੋਣੀ ਸਪਲਾਈ ਚੇਨ ਪੰਜਾਬ ਨੂੰ ਬਦਨਾਮ ਕੀਤਾ ਕਾਂਗਰਸ ਨੇ ਇਹ ਦੋਸ਼ੀ ਆ ਠੀਕ ਹੈ ਗਰੇਵਾਲ ਸਾਹਿਬ ਕਿੰਗਰਾ ਸਾਹਿਬ ਸਰਕਾਰ ਇੱਕ ਪਾਸੇ ਦਾਵਾ ਕਰਦੀ ਹੈ ਕਿ ਨਸ਼ੇ ਦੀ ਸਪਲਾਈ ਚੇਨ ਤੋੜਤੀ ਗਈ ਹੈ ਨਸ਼ਾ ਰੋਕ ਲਿਆ ਗਿਆ ਦੂਜੇ ਪਾਸੇ ਜਿਹੜੀ PGI ਦੀ ਰਿਪੋਰਟ ਆਉਂਦੀ ਹੈ ਉਹਨੂੰ ਵੀ ਝੁਠਲਾਇਆ ਜਾਂਦਾ ਹੈ ਇਹ ਕਿਸ ਤਰੀਕੇ ਦੀਆਂ ਦੋ ਅਰਥੀਆਂ ਜਿਹੜੀਆਂ ਗੱਲਾਂ ਨੇ ਇਹਨੂੰ ਕਿਵੇਂ ਸਮਝਿਆ ਜਾਵੇ ਦੇਖੋ ਗੁਰਪ੍ਰੀਤ ਜੀ ਮੈਂ ਪਹਿਲਾਂ ਵੀ ਕਈ ਵਾਰੀ ਆਪਦੀ ਡਿਸਕਸ਼ਨ ਦੇ ਵਿੱਚ ਇਹ ਗੱਲ ਉਠਾਈ ਹੈ ਕਿ ਜਿਹੜਾ ਸਟੈਟਿਸਟਿਕਸ ਜਿਹੜੇ ਆંકੜੇ ਹੁੰਦੇ ਆ ਉਹ ਇੱਕ ਸੜਕ ਤੇ ਲੱਗੇ ਬਿਜਲੀ ਦੇ ਖੰਭੇ ਵਾਂਗੂ ਹੁੰਦੇ ਆ ਉਹਦੇ 'ਚ ਕੋਈ ਸਕਾਲਰ ਆਦਮੀ ਕਿਤਾਬ ਲੈ ਕੇ ਪੜ੍ਹਨ ਲੱਗ ਜਾਂਦਾ ਕੋਈ ਸ਼ਰਾਬੀ ਆਦਮੀ ਢਾਸਣਾ ਲਾ ਲੈਂਦਾ ਜਿੱਧਰ ਮਰਜ਼ੀ ਸਟੈਟਿਸਟਿਕਸ ਨੂੰ ਲਾ ਲਓ ਡਾਕਟਰ ਪਿਆਰੇ ਲਾਲ ਜੀ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਤੁਸੀਂ ਹੁਣ ਇਹ ਕਹਿ ਦੇਣਾ ਕਿ ਨਸ਼ੇੜੀਆਂ ਦੇ ਵਿੱਚ 70% ਯੂਥ ਹੈ ਤੇ ਇੱਕ ਇਹ ਕਹਿ ਦੇਣਾ ਕਿ ਪੰਜਾਬ ਦਾ 70% ਯੂਥ ਜਿਹੜਾ ਉਹ ਨਸ਼ੇੜੀ ਹੈ ਇਹ ਦੋਨੇ ਗੱਲਾਂ ਜਿਸ ਬੰਦੇ ਨੂੰ ਆંકੜਿਆਂ ਬਾਰੇ ਗਿਆਨ ਨਹੀਂ ਹੈਗਾ ਉਹ ਬੋਲਦਾ ਹੈਗਾ ਆંકੜਿਆਂ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਇਹ ਜਿਹੜੀ PGI ਦੀ ਰਿਪੋਰਟ ਹੈ ਇਹ 1 ਅਪ੍ਰੈਲ ਤੱਕ ਦੀ ਰਿਪੋਰਟ ਹੈ ਤੇ ਨਵੀਂ ਸਰਕਾਰ ਤਾਂ ਹਲੇ ਵਜੂਦ 'ਚ ਹੀ ਨਹੀਂ ਆਈ ਸੀ ਇਸ ਕਰਕੇ ਸਰਕਾਰ ਤੇ ਕਿਸੇ ਤੇ ਤੁਹਮਤ ਨਾ ਲਾਓ ਨਾ ਅਕਾਲੀਆਂ ਤੇ ਨਾ BJP ਤੇ ਨਾ ਕਾਂਗਰਸ ਤੇ ਨਸ਼ੇ ਦੀ ਸਮੱਸਿਆ ਬੋਰਡ ਦੇ ਬੀ ਵਰਗੀ ਹੈ ਠੀਕ ਹੈ ਜੇ ਕਿਸੇ ਬੰਦੇ ਨੇ ਬੋਰਡ ਦਾ ਬੀ ਨਾ ਵੇਖਿਆ ਹੋਵੇ ਤੇ ਬੋਰਡ ਦਾ ਦਰਖਤ ਵੇਖਿਆ ਹੋਵੇ ਤੇ ਉਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਬੀ ਐਡਾ ਛੋਟਾ ਸੀ ਭਾਵੇਂ ਸਾਡੇ 2.7 ਲੋਕ ਹੋਣ ਲੱਖ ਲੋਕ ਹੋਣ ਭਾਵੇਂ ਸਾਡੇ 5 ਲੱਖ ਲੋਕ ਹੋਣ ਭਾਵੇਂ ਸਾਡੇ 50 ਲੋਕ ਹੋਣ ਭਾਵੇਂ ਹਰ ਪਿੰਡ 'ਚ ਇੱਕ ਬੰਦਾ ਹੋਵੇ ਤੇ 13,000 ਬੰਦੇ ਹੋਣ ਉਹ ਸਾਡਾ ਬੀ ਹੈ ਨਸ਼ੇ ਦਾ ਸਾਨੂੰ ਨਸ਼ੇ ਦਾ ਬੀ ਨਾਸ਼ ਕਰਨਾ ਪਊਗਾ ਉੱਥੋਂ ਨਸ਼ਾ ਵੱਧਦਾ ਹੈ ਪੰਜਾਬ 'ਚ ਸੋ ਅਸੀਂ ਫੜ ਨਹੀਂ ਮਾਰ ਸਕਦੇ ਕਿ ਸਾਡਾ 1% ਹੈ ਜਾਂ ਸਾਡੇ 2% ਹੈ ਜਾਂ ਸਾਡੇ 3% ਹੈ ਇਹ ਕੋਈ ਫੜ ਮਾਰਨ ਵਾਲੀ ਗੱਲ ਨਹੀਂ ਹੈ ਭਾਰਤ ਦੇ ਦੋ ਵੱਡੇ ਇੰਸਟੀਚਿਊਟ ਹੈ ਇੱਕ ਹੈਗਾ ਏਮਜ਼ ਮੈਂ ਉਹਦੇ 'ਚ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਉਹਦੀ ਪੇਮੈਂਟ ਕੀਤੀ ਹੈ ਕਿਉਂਕਿ ਜਿਹੜੇ SPYM ਦੇ ਜਿਹੜੇ ਚੇਅਰਮੈਨ ਹੈ ਮੇਰੇ ਬਹੁਤ ਚੰਗੇ ਦੋਸਤ ਹੈ ਉਸ ਕਰਕੇ ਉਹ ਪੰਜਾਬ ਸਰਕਾਰ ਵੀ ਉਸ ਰਿਪੋਰਟ ਦੇ ਵਿੱਚ ਇਨਵੋਲਵ ਸੀ ਏਮਜ਼ ਦੀ ਰਿਪੋਰਟ ਦੇ ਵਿੱਚ ਤੇ PGI ਦੀ ਜਿਹੜੀ ਰਿਪੋਰਟ ਹੈ ਕ੍ਰੈਡੀਬਲ ਇੰਸਟੀਟਿਊਸ਼ਨ ਹੈ ਸਾਰੇ ਸਾਡੇ ਸਿਆਸਤਦਾਨ ਜਿਹੜੇ ਆ ਉੱਥੇ ਜਾ ਕੇ ਆਪਦਾ ਇਲਾਜ ਕਰਾਉਂਦੇ ਆ
ਜੇ ਇੱਥੇ ਨਹੀਂ ਹੁੰਦਾ ਤਾਂ ਏਮ ਚਲੇ ਜਾਂਦੇ ਆ। ਤੇ ਜਦੋਂ ਇਹ ਦੋਨੇ ਇੰਸਟੀਟਿਊਸ਼ਨ ਜਿਹੜੇ ਕ੍ਰੈਡੀਬਲ ਇੰਸਟੀਟਿਊਸ਼ਨ ਹੈ ਦੁਨੀਆ ਦੇ ਵਿੱਚ ਮੰਨੇ ਹੋਏ, ਉਹ ਰਿਪੋਰਟ ਦਿੰਦੇ ਆ ਤਾਂ ਅਸੀਂ ਉਹਨੂੰ ਖਾਰਜ ਕਰ ਦਿੰਦੇ ਆ। ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਠੀਕ ਹੈ ਵੇਰਕਾ ਸਾਹਿਬ, ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਹੈ, ਠੀਕ ਹੈ, ਬਿਲਕੁਲ ਹੈ। ਅੱਛਾ, ਦੂਜੀ ਗੱਲ ਹੈ ਕਿ ਇੱਕ ਛੋਟੀ ਜਿਹੀ ਗੱਲ ਹੋ ਰਹੀ ਹੈ, ਇੱਕ ਬ੍ਰੇਕ ਦੇ ਲਈ ਰੁਕ ਰਹੇ ਹਾਂ ਕਿੰਗਰਾ ਸਾਹਿਬ, ब्रेक तो बाद वापस आ रहे हैं, एक ब्रेक के लिए रुक रहे हैं, एक छोटा सा ब्रेक ले रहे हैं, ब्रेक तो बाद वापस आ रहे हैं। विचार चर्चा इसे मुद्दे ते जारी रहेगी। कितना घट होया नशा? सवाल जो ਅਸੀਂ ਦਰਸ਼ਕਾਂ ਤੋਂ ਪੁੱਛ ਰਹੇ ਹਾਂ ਕਿ ਕੈਪਟਨ ਸਰਕਾਰ ਦੇ 6 ਮਹੀਨੇ ਦੇ ਕਾਰਜਕਾਲ ਦੌਰਾਨ ਨਸ਼ਾ ਘਟਿਆ ਹੈ, ਹਾਂ ਜਾਂ ਨਾ ਦੇ ਵਿੱਚ ਜੋ ਵੀ ਤੁਹਾਡੀ ਰਾਏ ਹੈ ਤੁਸੀਂ ਭੇਜ ਸਕਦੇ ਹੋ। ਹਾਂ ਦੇ ਲਈ ZPHH_Y, ਨਾ ਦੇ ਲਈ ZPHH_N 57575 ਤੇ SMS ਕਰ ਸਕਦੇ ਹੋ। ब्रेक तो बाद इसे मुद्दे ते तुसी अपनी राय रख सकते हो। नंबर रहेगा 1800 1803 5